ਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਕੁਝ ਸਵਾਲ। ਇਹਨਾਂ ਸਵਾਲਾਂ ਦਾ ਜਵਾਬ ਹਰ ਇੱਕ ਨੇ ਆਪਣੇ ਆਪ ਨੂੰ ਦੇਣਾ, ਆਪਣੇ ਆਪ ਦੇ ਵਿੱਚ ਦੇਣਾ, ਆਪਣੇ ਅੰਦਰੋਂ ਆਪ ਨੂੰ ਹੀ ਲੱਭਣ ਦੀ। ਇਹ ਇੱਕ ਬਹੁਤ ਹੀ ਸੁੰਦਰ ਵਿਧੀ ਆ, ਜਿਹੜੀ ਕਿ ਸਾਨੂੰ ਸਪੈਸ਼ਲ ਨਹੀਂ ਕਰਨੀ ਪੈਂਦੀ, ਜਿਹੜੀ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੀ ਸਾਡੇ ਨਾਲ ਹੀ ਚੱਲਦੀ ਜਾਂਦੀ ਆ। ਕਿਉਂਕਿ ਅਸੀਂ ਜੋ ਸਪੈਸ਼ਲ ਕਰਨ ਜਾਂਦੇ ਹਾਂ, ਇੱਕ ਦਿਨ ਉਹ ਸਾਡੇ ਲਈ ਸਪੈਸ਼ਲ ਹੁੰਦਾ, ਦੂਸਰੇ ਦਿਨ ਅਸੀਂ ਉਸ ਤੋਂ ਬੋਰ ਹੋ ਜਾਂਦੇ ਹਾਂ, ਤੀਸਰੇ ਦਿਨ ਅਸੀਂ ਉਸ ਦੇ ਨਾਲ ਨਾਤਾ ਛੋੜ ਦਿੰਦੇ ਹਾਂ। ਇਹ ਜੋ ਮੈਂ ਤੁਹਾਨੂੰ ਸਵਾਲ ਕਰਦੀ ਹਾਂ, ਇਸ ਦੇ ਨਾਲ ਸਾਡੇ ਵਿੱਚ ਹੋਸ਼ਮੰਦੀ, ਸਾਡੇ ਵਿੱਚ ਅਵੇਅਰਨੈਸ, ਜਾਗਰੂਕਤਾ ਹੁੰਦੀ ਆ। ਅਸੀਂ ਜ਼ਿੰਦਗੀ ਨੂੰ ਬਹੁਤ ਗਹਿਰੇ ਤੋਂ ਦੇਖਣ ਦੇ ਕਾਬਿਲ ਹੋ ਜਾਂਦੇ ਹਾਂ। ਇਹ ਜੋ ਸਵਾਲ ਹੁੰਦੇ ਨੇ, ਇਹ ਸਾਡੀ ਲਈ ਸਪੈਸ਼ਲ ਨਹੀਂ ਹੁੰਦੇ। ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੀ ਗੁਜ਼ਰਦੇ ਹਾਂ, ਅਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੀ ਜੇ ਗੁਜ਼ਰਦੇ ਹਾਂ, ਅਸੀਂ ਉਹ ਕਰਮ ਕਰਾਂਗੇ ਜਿਸ ਦੇ ਨਾਲ ਸਾਡੀ ਸੋਚ, ਸਾਡੀ ਭਾਵਨਾ ਅਤੇ ਸਾਡੀ ਸਮਝ ਦੇ ਵਿੱਚ ਵਾਧਾ ਹੋਊਗਾ। ਇਹ ਵਧੀਆ ਹੋਣਗੇ, ਬਰੀਕੀ ਦੀ ਦੇਖਣ ਦੀ ਕਲਾ ਦੇ ਵਿੱਚ ਨਿਪੁੰਨ ਹੁੰਦੇ ਜਾਣਗੇ, ਤਾਂ ਸਾਨੂੰ ਹੋਰ ਕਿਸੇ ਵੀ ਮੈਡੀਟੇਸ਼ਨ, ਯੋਗਾ, ਪੂਜਾ, ਜਪ, ਤਪ ਦੀ ਜ਼ਰੂਰਤ ਨਹੀਂ ਪਊਗੀ। ਪਹਿਲਾ ਸਵਾਲ, ਕੀ ਤੁਸੀਂ ਕਿਸੇ ਸ਼ਰਾਬੀ ਵਿਅਕਤੀ ਦੇ ਨਾਲ ਬਾਤ ਕਰਨ ਦੇ ਵਿੱਚ ਈਜ਼ੀ ਹੋ? ਦੂਸਰਾ, ਕੀ ਤੁਸੀਂ ਅਜਿਹੇ ਮੀਆਂ ਬੀਵੀ ਨੂੰ ਜਾਣਦੇ ਹੋ ਜਿਨ੍ਹਾਂ ਦੀ ਜ਼ੁਬਾਨ ਇੱਕ ਦੂਸਰੇ ਨੂੰ ਪਿਆਰ ਕਰਦੀ ਆ, ਪਰ ਹੱਥ ਆ ਜਿਹੜੇ ਉਹ ਗਲੇ ਨੂੰ ਵੀ ਪਕੜਦੇ ਆ, ਮਤਲਬ ਕਿ ਮਾਰਪੀਟ ਕਰਦੇ ਆ ਬਹੁਤ ਜ਼ਿਆਦਾ। ਤੀਸਰਾ, ਕੀ ਤੁਸੀਂ ਕਦੇ ਅਜਿਹੀ ਘਟਨਾ ਦਾ ਸਾਹਮਣਾ ਕੀਤਾ ਕਿ ਤੁਸੀਂ ਕਿਸੇ ਨੂੰ ਹਮਦਰਦੀ ਦੇ ਨਾਲ ਦੇਖ ਰਹੇ ਹੋ, ਤੁਹਾਨੂੰ ਉਸ 'ਤੇ ਤਰਸ ਆ ਰਿਹਾ, ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਜਿਸ ਦੇ ਉੱਤੇ ਮੈਂ ਹਮਦਰਦੀ ਕਰ ਰਿਹਾ ਸੀ, ਜਿਸ 'ਤੇ ਮੈਨੂੰ ਤਰਸ ਆ ਰਿਹਾ ਸੀ, ਉਲਟਾ ਉਹ ਤਾਂ ਮੇਰੇ 'ਤੇ ਹੀ ਤਰਸ ਕਰਨ ਲੱਗਿਆ ਹੋਇਆ ਵਾ। ਇਹ 3 ਸਵਾਲ ਨੇ। ਹੁਣ ਆਪਣੇ ਆਪ ਨੂੰ ਜਵਾਬ ਦੇ ਕੇ ਹੁਣ ਮੈਂ ਆਪਣੀ ਇਹਨਾਂ 3 ਸਵਾਲਾਂ ਦੇ ਉੱਤੇ ਗੱਲ ਕਰਦੀ ਹਾਂ। ਮੇਰੀ ਕਮਜ਼ੋਰੀ ਆ ਕਿ ਮੈਂ ਸ਼ਰਾਬੀ ਇਨਸਾਨ ਦੇ ਨਾਲ ਗੱਲ ਹੀ ਨਹੀਂ ਕਰ ਸਕਦੀ। ਅਗਰ ਮੈਨੂੰ ਪਤਾ ਹੋਵੇ ਕਿ ਇਸ ਇਨਸਾਨ ਨੇ ਪੀਤੀ ਹੋਈ ਆ, ਮੈਂ ਉਸ ਤੋਂ ਪਰੇ ਰਹਿੰਦੀ ਹਾਂ। ਮੇਰੀ ਜ਼ਿੰਦਗੀ ਦੇ ਵਿੱਚ ਇਹ ਸਿਰਫ 6 ਘਟਨਾਵਾਂ ਹੋਈਆਂ ਨੇ ਜੋ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸੀ। ਉਸ ਤੋਂ ਬਾਅਦ ਤਕਰੀਬਨ ਹਰ ਇੱਕ ਨੂੰ ਪਤਾ ਕਿ ਸ਼ਰਾਬ ਪੀ ਕੇ ਅਸੀਂ ਇਹਦੇ ਘਰੇ ਨਹੀਂ ਜਾ ਸਕਦੇ। ਇਹਨੇ ਸਾਨੂੰ ਸ਼ਰਾਬ ਪਿਲਾਉਣੀ ਨਹੀਂ ਗੀ, ਨਾ ਪੀਣੀ ਆ, ਨਾ ਪਿਲਾਉਣੀ ਆ। ਕੋਈ ਕਿਸੇ ਨੂੰ ਵੀ ਵੈਲਕਮ ਨਹੀਂ ਗਾ ਸ਼ਰਾਬੀ ਨੂੰ। ਅਤੇ ਮੈਂ ਸ਼ਰਾਬੀ ਦੇ ਨਾਲ ਜੇ ਕਿਸੇ ਨੇ 2 ਪੈਗ ਵੀ ਪੀਤੇ ਹੋਣ, ਮੈਂ ਉਸ ਦੇ ਨਾਲ ਗੱਲ ਕਰ ਹੀ ਨਹੀਂ ਸਕਦੀ। ਜਿੰਨੀ ਮਰਜ਼ੀ ਉਹ ਜੈਂਟਲ ਦੇ ਨਾਲ, ਜਿੰਨੀ ਮਰਜ਼ੀ ਉਹ ਸੁੰਦਰਤਾ ਦੇ ਨਾਲ ਗੱਲ ਕਰਦਾ ਹੋਵੇ, ਜਿੰਨੀ ਮਰਜ਼ੀ ਉਹ ਸਿਆਣਪ ਦੇ ਨਾਲ ਗੱਲ ਕਰਦੇ ਹੋਣ, ਪਰ ਮੇਰੇ ਜਿਸ ਤਰ੍ਹਾਂ ਦਾ ਕੰਡਾ ਅੜਿਆ ਹੋਇਆ ਵਾ, ਮੇਰੀ ਤਾਂ ਸੂਈ ਉੱਥੇ ਹੀ ਅੜੀ ਹੋਈ ਆ ਕਿ ਇਸ ਨੇ ਸ਼ਰਾਬ ਪੀਤੀ ਹੋਈ ਆ। ਇਹ ਜੋ ਮੇਰੇ ਮੂਹਰੇ ਸ਼ਰਾਬ ਲਫ਼ਜ਼ ਆ ਜਾਂਦਾ ਕਿ ਮੈਂ ਸ਼ਰਾਬ ਪੀਤੇ ਹੋਏ ਇਨਸਾਨ ਦੇ ਨਾਲ ਗੱਲ ਕਰਦੀ ਹਾਂ, ਉੱਥੇ ਹੀ ਖਲਾਸ। ਮੈਂ ਸ਼ਰਾਬ ਪੀਤੇ ਹੋਏ ਬੰਦੇ ਦੇ ਨਾਲ ਗੱਲ ਕਰ ਹੀ ਨਹੀਂ ਸਕਦੀ। ਸੋ ਮੇਰਾ ਸ਼ਰਾਬੀ ਦੇ ਨਾਲ ਕੋਈ ਵੀ ਵਾਹ ਨਹੀਂ ਗਾ ਜ਼ਿੰਦਗੀ ਦੇ ਵਿੱਚ। ਮੈਨੂੰ ਬਹੁਤ ਮੁਸ਼ਕਿਲ ਲੱਗਦਾ ਜਦੋਂ ਮੈਂ ਕਿਸੇ ਨੂੰ ਦੇਖਦੀ ਹਾਂ ਕਿ ਉਹ ਸ਼ਰਾਬੀ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰ ਸਕਦੇ ਆ। ਮੇਰੇ ਵਿੱਚ ਜੋ ਸ਼ਰਾਬੀ ਦੇ ਲਈ ਸੋਚ ਆ, ਮੈਨੂੰ ਇੰਝ ਲੱਗਦਾ ਕਿ ਵਕਤ ਦੀ ਬਰਬਾਦੀ ਆ। ਅਸੀਂ ਤਾਂ ਉਂਝ ਹੀ ਜ਼ਿੰਦਗੀ ਦੇ ਵਿੱਚ ਹੋਸ਼ਮੰਦ ਨਹੀਂ, ਅਸੀਂ ਸ਼ਰਾਬ ਪੀ ਕੇ ਆਪਣੇ ਆਪ ਨੂੰ ਹੋਰ ਬੇਹੋਸ਼ੀ ਦੇ ਵਿੱਚ ਕਰ ਲੈਂਦੇ ਹਾਂ। ਸਾਨੂੰ ਤਾਂ ਹੋਸ਼ਮੰਦ ਇਨਸਾਨਾਂ ਦੀ ਸਮਝ ਨਹੀਂ ਗੀ, ਅਸੀਂ ਬੇਹੋਸ਼ ਬੰਦੇ ਦੇ ਨਾਲ ਕਿਵੇਂ ਗੱਲ ਕਰ ਲਾਂਗੇ। ਮੈਨੂੰ ਇੰਝ ਲੱਗਦਾ ਕਿ ਇਹ ਤਾਂ 4 ਗੁਣਾ ਬੇਹੋਸ਼ ਬੰਦੇ ਦੇ ਨਾਲ ਗੱਲ ਹੋ ਰਹੀ ਆ। ਸੋ ਦੂਸਰਾ ਪੁਆਇੰਟ ਇਹ ਆ ਕਿ ਮੈਨੂੰ ਇੰਝ ਲੱਗਦਾ ਸ਼ਰਾਬੀ ਦੇ ਨਾਲ ਗੱਲ ਕਰਨ ਦੇ ਨਾਲ ਵਕਤ ਆ ਜਿਹੜਾ ਖਰਾਬ ਹੁੰਦਾ। ਕੋਈ ਵੀ ਫਾਇਦਾ ਮੈਨੂੰ ਅੱਜ ਤੱਕ ਦਿਖਿਆ ਨਹੀਂ ਗਾ। ਚਲੋ ਮੇਰਾ ਤਾਂ 6 ਦੇ ਨਾਲ ਵਾਹ ਪਿਆ, ਪਰ ਮੈਂ ਜਿਨ੍ਹਾਂ ਨੂੰ ਵੀ ਆਲੇ ਦੁਆਲੇ ਦੇਖਦੀ ਹਾਂ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਹੁਣ ਦੂਸਰਾ ਸਵਾਲ ਕਿ ਕੋਈ ਅਜਿਹੇ ਮੀਆਂ ਬੀਵੀ ਜਿਨ੍ਹਾਂ ਦੀ ਜ਼ੁਬਾਨ ਇੱਕ ਦੂਸਰੇ ਨੂੰ ਬਹੁਤ ਪਿਆਰ ਦਿਖਾਉਂਦੀ ਆ, ਪਰ ਉਹਨਾਂ ਦੇ ਹੱਥ ਵੀ ਇੱਕ ਦੂਸਰੇ ਦੇ ਉੱਤੇ ਉੱਠਦੇ ਨੇ, ਮਾਰ ਕੁਟਾਈ ਵੀ ਹੁੰਦੀ ਆ, ਗਾਲੀ ਗਲੋਚ ਵੀ ਹੁੰਦਾ।
ਇਹੋ ਜਿਹੇ ਇਨਸਾਨ ਤਕਰੀਬਨ ਮੈਨੂੰ ਮੇਰੇ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਮਿਲਿਆ। ਐਂਡ ਕੀ ਹੁੰਦਾ ਸੀ, ਕਿਉਂਕਿ ਜੋ ਹੋ ਰਿਹਾ ਹੁੰਦਾ ਵਾ ਮੀਆਂ ਬੀਬੀ 'ਚ, ਅਸੀਂ ਤਕਰੀਬਨ ਸਾਰੇ ਹੀ ਇਸ ਚੀਜ਼ ਤੋਂ ਵਾਕਫ ਹਾਂ। ਪਰ ਐਂਡ ਕੀ ਹੁੰਦਾ ਸੀ, ਐਂਡ ਤੇ ਮੈਂ ਗਲਤ ਸਾਬਤ ਹੁੰਦੀ ਸੀ। ਮੈਨੂੰ ਉਹਨਾਂ ਦੀ ਸਮਝ ਨਹੀਂ ਸੀ ਲੱਗਦੀ ਜਾਂ ਉਹਨਾਂ ਨੂੰ ਮੇਰੀ ਸਮਝ ਨਹੀਂ ਸੀ ਲੱਗਦੀ। ਪਹਿਲਾਂ ਦੁੱਖ ਹੋਇਆ ਸੀ, ਪਰ ਬਾਅਦ ਦੇ ਵਿੱਚ ਠੀਕ ਸਮਝ ਗਈ ਸੀ ਕਿ ਮੇਰੀ ਤੇ ਉਹਨਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਆ। ਉਹਨਾਂ ਨੂੰ ਗਾਲੀ ਗਲੋਚ ਦੇ ਵਿੱਚ ਵੀ ਪਿਆਰ ਦਿਖਾਈ ਦਿੱਤਾ, ਉਹਨਾਂ ਨੂੰ ਇੱਕ ਦੂਜੇ ਦੀ ਮਾਰ ਦੇ ਵਿੱਚ ਵੀ ਪਿਆਰ ਦਿਖਾਈ ਦਿੰਦਾ। ਜ਼ਰੂਰੀ ਨਹੀਂ ਜੋ ਚੀਜ਼ ਮੈਨੂੰ ਵਧੀਆ ਲੱਗਦੀ ਹੋਵੇ ਦੂਸਰਿਆਂ ਨੂੰ ਵੀ ਵਧੀਆ ਲੱਗਦੀ ਹੋਵੇ। ਜੋ ਚੀਜ਼ ਦੂਸਰਿਆਂ ਨੂੰ ਵਧੀਆ ਲੱਗਦੀ ਆ ਉਹ ਮੈਨੂੰ ਵੀ ਵਧੀਆ ਲੱਗਦੀ ਹੋਵੇ। ਹਰ ਇੱਕ ਦੇ ਜੀਵਨ ਦਾ ਰਹਿਣ ਦਾ ਤਰੀਕਾ ਵੱਖੋ ਵੱਖਰਾ। ਮੇਨ ਗੱਲ, ਮੈਨੂੰ ਕੋਈ ਵੀ ਫਰਕ ਨਹੀਂ ਕੌਣ ਕਰਦਾ ਵਾ ਤੇ ਕੌਣ ਬਾਹਰਲਾ। ਛੋਟੀ ਹੁੰਦੀ ਤੋਂ ਮੇਰੇ ਦਿਮਾਗ ਦੇ ਵਿੱਚ ਕੋਈ ਚੀਜ਼ ਆ, ਇਹ ਸਾਰਾ ਸੰਸਾਰ ਪਰਮਾਤਮਾ ਦੀ ਫੈਮਿਲੀ ਆ। ਅਸੀਂ ਇੱਕ ਛੱਤ ਥੱਲੇ ਨਹੀਂ ਰਹਿੰਦੇ। ਕੀ ਹੋਇਆ, ਪਰ ਅਸੀਂ ਇੱਕ ਅਸਮਾਨ ਦੇ ਥੱਲੇ ਰਹਿੰਦੇ ਹਾਂ। ਇਹ ਸੰਸਾਰ ਸਾਡਾ ਸਭ ਦਾ ਇੱਕ ਘਰ ਆ। ਅਗਰ ਮੇਰੀ ਸੋਚ ਇਹ ਆ ਕਿ ਮੈਨੂੰ ਸੰਸਾਰ ਇੱਕ ਘਰ ਦਿਖਾਈ ਦਿੰਦਾ ਵਾ, ਅਸੀਂ ਸਭ ਇੱਕ ਪਰਮਾਤਮਾ ਦੀ ਫੈਮਿਲੀ ਦਿਖਾਈ ਦਿੰਦੇ ਹਾਂ, ਤੇ ਫਿਰ ਜਦ ਵੀ ਕਿਤੇ ਕੋਈ ਵੀ ਅਜਿਹੀ ਘਟਨਾ ਮੇਰੇ ਅੱਗੇ ਆਊਗੀ, ਮੱਲੋ ਮੱਲੀ ਆ ਮੇਰਾ ਜੀਅ ਕਰੂਗਾ ਕਿ ਸਭ ਸੁਖੀ ਹੋਣ, ਸਭ ਖੁਸ਼ ਹੋਣ। ਮੱਲੋ ਮੱਲੀ ਮੇਰਾ ਜੀਅ ਕਰੂਗਾ ਮੈਂ ਕੁਝ ਜਾ ਕੇ ਕਹਾਂ। ਬੁਰੀ ਹੀ ਬਣੂਗੀ 100%, ਚੰਗਾ ਕਿਸੇ ਨੇ ਨਹੀਂ ਕਹਿਣਾ। ਪਰ ਮੈਂ ਕੀ ਕਰਾਂ, ਮੇਰਾ ਸੁਭਾਅ ਸੀ। ਮੈਂ ਅੱਖਾਂ ਤੋਂ ਆਪਣੀਆਂ ਤੋਂ ਕਿਵੇਂ ਇਨਕਾਰ ਕਰ ਸਕਦੀ ਸੀ, ਕਿਵੇਂ ਵਾਂਝੀ ਰਹਿ ਸਕਦੀ ਸੀ। ਦੇਖਦੀ ਚੀਜ਼ ਨੂੰ ਮੈਂ ਕਿਵੇਂ ਅਣਦੇਖਾ ਕਰ ਸਕਦੀ ਸੀ। ਮੈਨੂੰ ਕਲਾ ਨਹੀਂ ਸੀ ਆਉਂਦੀ। ਮੈਨੂੰ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਲੱਗਣਾ ਕਿ ਇੱਥੇ ਇਹਨਾਂ ਦਾ ਇਹ ਠੀਕ ਨਹੀਂ ਗਾ, ਮੈਂ ਕਹਿ ਦੇਣਾ। ਜੇ ਮੈਨੂੰ ਲੱਗਣਾ ਇਸ ਘਰ ਦੇ ਵਿੱਚ ਪੈਸੇ ਦੀ ਤੰਗੀ ਆ, ਇਹਨਾਂ ਦੇ ਕੋਲ ਇਸ ਚੀਜ਼ ਦੀ ਘਾਟ ਆ, ਮੋਸਟਲੀ ਮੈਂ ਪੈਸੇ ਦੇ ਨਾਲ ਜਿਹੜੀ ਵੀ ਕੋਈ ਚੀਜ਼ ਸੀ ਮੈਂ ਉਹਨਾਂ ਦੀ ਉਹ ਦੂਰ ਕਰ ਦਿੰਦੀ ਸੀ। ਪਰ ਮੈਂ ਉਹ ਚੀਜ਼ ਨਹੀਂ ਸੀ ਦੂਰ ਕਰ ਸਕਦੀ ਜੋ ਉਹਨਾਂ ਦੇ ਮਨਾਂ ਦੇ ਵਿੱਚ ਸੀ, ਦਿਲ ਦੇ ਵਿੱਚ ਸੀ। ਪੈਸੇ ਦੇ ਨਾਲ ਚੀਜ਼ ਲਿਆਂਦੀ ਜਾ ਸਕਦੀ ਆ, ਪਰ ਮਨ ਨੂੰ, ਮੈਂ ਮਨ ਦੀ ਸੋਚ ਨੂੰ ਜਾਂ ਮਨ ਦੀ ਭਾਵਨਾ ਨੂੰ ਮੈਂ ਪੈਸੇ ਦੇ ਨਾਲ ਕਿਵੇਂ ਦੂਰ ਕਰਾਂ, ਉਹ ਨਹੀਂ ਹੋ ਸਕਦਾ ਸੀ। ਸੋ ਮੈਨੂੰ ਜਾਂ ਇਸ ਤਰ੍ਹਾਂ ਕਹੋ ਕਿ ਮੈਂ ਖੁਦ ਨੂੰ ਹੀ ਪੈਸੇ ਦੇ ਤੌਰ ਤੇ ਦੂਜਿਆਂ ਨੂੰ ਮੌਕਾ ਦਿੱਤਾ ਕਿ ਮੈਨੂੰ ਯੂਜ਼ ਕਰੋ। ਇਸੇ ਤਰ੍ਹਾਂ ਹੀ ਜਿਵੇਂ ਘਰ ਦੇ ਹੋਣ ਜਾਂ ਬਾਹਰਲੇ ਹੋਣ, ਮੇਰੀ ਸਮਝ ਕਿਸੇ ਨੂੰ ਨਹੀਂ ਸੀ ਆਉਂਦੀ। ਬੜੇ ਲੜਾਈ ਝਗੜੇ ਹੋਏ, ਤੂੰ ਫਰਕ ਨਹੀਂ ਕਰਦੀ, ਉਹ ਕਰਦੇ ਨੇ, ਉਹ ਬਾਹਰਲੇ ਨੇ, ਤੈਨੂੰ ਹੋਇਆ ਕੀ ਆ। ਬੜਾ ਜਿਸ ਤਰ੍ਹਾਂ ਕਿ ਸਮਝ ਦੇ ਵਿੱਚ ਹਰ ਇੱਕ ਦੀ, ਸਾਡੀ ਸਮਝ ਦੇ ਵਿੱਚ ਬਹੁਤ ਫਰਕ ਆ। ਇਸ ਤਰ੍ਹਾਂ ਹੀ ਮੈਂ ਜਿਵੇਂ ਵੀ ਘਰ ਦੇ ਵਿੱਚ ਗੱਲ ਹੋਣੀ, ਜੇ ਮੈਨੂੰ ਐਗਜ਼ਾਮਪਲ ਦੇਣੀ ਪੈਂਦੀ ਤਾਂ ਮੈਂ ਦੇ ਦੇਣੀ। ਇਸੇ ਤਰ੍ਹਾਂ ਹੀ ਮੇਰੇ ਜਿਹੜੀ ਛੋਟੀ ਭਾਬੀ ਆ, ਉਸ ਦੀ ਤੇ ਮੇਰੇ ਭਰਾ ਦੀ ਕਾਫੀ ਲੜਾਈ ਝਗੜਾ ਹੁੰਦਾ ਸੀ। ਮੈਂ ਦੇਖਦੀ ਹੁੰਦੀ ਸੀਗੀ ਜਿਹੜੀ ਮੇਰੀ ਭਾਬੀ ਦੇ ਮਾਂ ਪਿਓ ਆ, ਉਹ ਦੇਖਦੇ ਆ, ਉਹ ਚੁੱਪ ਕਰਦੇ ਆ। ਉਹ ਕਹਿੰਦੇ ਨੇ ਸਾਡੀ ਧੀ ਦੇ ਤੇ ਜਵਾਈ ਦਾ ਮਸਲਾ ਵਾ, ਆਪਸ ਵਿੱਚ ਹੱਲ ਕਰ ਲੈਣਗੇ। ਅਤੇ ਮੈਂ ਉਹਨਾਂ ਦੇ ਮੂੰਹ ਦੇ ਵੱਲੀ ਦੇਖਦੀ ਸੀ, ਇਹ ਕਿੰਝ ਦੇਖ ਸਕਦੇ ਨੇ ਕਿ ਇਹਨਾਂ ਦੀ ਬੇਟੀ ਦੇ ਨਾਲ ਕੋਈ ਲੜਦਾ ਵਾ ਤੇ ਕੋਈ ਇਹਨਾਂ ਦੀ ਬੇਟੀ ਦੇ ਥੱਪੜ ਮਾਰਦਾ ਵਾ। ਜਿਸ ਮਾਂ ਬਾਪ ਨੇ
20-25 ਸਾਲ ਇੱਕ ਬੱਚੇ ਨੂੰ ਪਾਲਿਆ, ਏਡਾ ਵੱਡਾ ਕੀਤਾ, ਇੰਨਾ ਸੋਹਣਾ ਬਣਾਇਆ, ਉਹਨੂੰ ਕੋਈ ਦੂਸਰਾ ਆ ਕੇ ਮਾਰੇ, ਉਹਦੀ ਇੱਜ਼ਤ ਨਾ ਕਰੇ। ਮੇਰੇ ਲਈ ਜਿਵੇਂ ਇਹ ਸਵਾਲ ਆ ਜਾਂ ਇਹ ਜਿਹੜਾ ਸੀਨ ਆ, ਮੇਰੇ ਲਈ ਬੜਾ ਹੀ ਮੁਸ਼ਕਿਲ ਆ ਬਿਆਨ ਕਰਨਾ ਤੇ ਮੁਸ਼ਕਿਲ ਆ ਸਹਿਣਾ। ਮੈਂ ਉਹਦੀ ਭਾਬੀ ਦੀ ਮਾਂ ਨੂੰ ਕਿਹਾ, ਮੈਂ ਕਿਹਾ ਤੂੰ ਨਹੀਂ ਚੰਗੀ ਮਾਂ ਹੈਗੀ, ਸਾਨੂੰ ਆਪਣੀ ਬੇਟੀ ਨੂੰ ਅਜਿਹਾ ਤਾਂ ਸਿੱਖਿਆ ਦੇਣੀ ਚਾਹੀਦੀ ਆ ਕਿ ਜੀਓ ਤੇ ਜੀਣੇ ਦਿਓ। ਸਾਨੂੰ ਅਜਿਹੀ ਥਾਂ ਤੇ ਤਾਂ ਉਸ ਨੂੰ ਖੜਾ ਕਰਨਾ ਚਾਹੀਦਾ ਵਾ ਕਿ ਨਾ ਕਿਸੇ ਤੇ ਵਧੀਕੀ ਕਰਨੀ ਆ, ਨਾ ਹੀ ਕਿਸੇ ਦੀ ਵਧੀਕੀ ਸਹਿਣੀ ਆ। ਮੈਂ ਦੇਖਦੀ ਹਾਂ ਕਿ ਰਿਸ਼ਤਿਆਂ ਦਾ ਸ਼ੋਸ਼ਣ, ਜਿੰਨਾ ਮੀਆਂ ਬੀਬੀ, ਜਿੰਨੇ ਰਿਸ਼ਤੇਦਾਰ, ਭੈਣ ਭਰਾ ਰਿਸ਼ਤਿਆਂ ਦਾ ਸ਼ੋਸ਼ਣ ਕਰਦੇ ਆ, ਉਹਨਾਂ ਨਾ ਹੀ ਕੋਈ ਆਂਢ ਗੁਆਂਢ ਕਰਦਾ, ਨਾ ਕੋਈ ਹੋਰ ਕਰਦਾ। ਰਿਸ਼ਤਿਆਂ ਦਾ ਸ਼ੋਸ਼ਣ ਕਰਦੇ ਆ। ਰਿਸ਼ਤਿਆਂ ਨੂੰ ਕਿਸ ਤਰ੍ਹਾਂ ਚਲਾਕੀਆਂ ਦੇ ਨਾਲ ਨਜਿੱਠਦੇ ਆ, ਕਿਸ ਤਰ੍ਹਾਂ ਦੋਸਤਾਂ ਦੇ ਵਿੱਚ ਰਿਸ਼ਤਿਆਂ ਦੀ ਕਿਸ ਤਰ੍ਹਾਂ ਇਹ ਖੱਲ ਲਾਉਂਦੇ ਨੇ। ਅਮੇਜ਼ਿੰਗ। ਫੋਕੇ ਰਿਸ਼ਤੇ, ਫੋਕੇ ਦਿਲਾਂ ਨਾਲ ਨਿਭਾਉਂਦੇ ਨੇ। ਜਿਵੇਂ ਕਹਿ ਦਿੰਦੇ ਨਾ, ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਵਾ। ਕੋਈ ਕਿਸੇ ਦੇ ਰਿਸ਼ਤੇ ਦੇ ਵਿੱਚ ਪਿਆਰ ਨਹੀਂ ਰਸਦਾ, ਕੋਈ ਕਿਸੇ ਰਿਸ਼ਤੇ ਦੇ ਵਿੱਚ, ਕਿਸੇ ਦੇ ਰਿਸ਼ਤੇ ਨੇ ਕਿਸੇ ਦੇ ਦਿਲ ਦੇ ਵਿੱਚ ਘਰ ਨਹੀਂ ਕਰ ਲਿਆ। ਜਦੋਂ ਸਾਨੂੰ ਅਜਿਹੇ ਅਲਫਾਜ਼ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਕਿ ਰਿਸ਼ਤੇ ਜੋ ਲਫ਼ਜ਼ ਹੈ, ਇਸ ਦੀ ਗਹਿਰਾਈ ਦੇ ਵਿੱਚ ਜਾਓ। ਘਰ, ਇੱਕ ਰਿਸ਼ਤਾ ਬਣਦਾ, ਉਸ ਰਿਸ਼ਤੇ ਦਾ ਇੱਕ ਘਰ ਬਣਦਾ। ਘਰ ਕਰਨਾ, ਕਿਸੇ ਦੇ ਦਿਲ ਦੇ ਵਿੱਚ, ਕਿਸੇ ਦੀ ਜ਼ਿੰਦਗੀ ਦੇ ਵਿੱਚ ਘਰ ਕਰ ਗਿਆ ਰਿਸ਼ਤਾ। ਕਿਸੇ ਦੇ ਵਿੱਚ ਰਿਸ ਜਾਣਾ, ਕਿਸੇ ਦੇ ਨਾਲ ਜ਼ਿੰਦਗੀ ਦੇ ਨਾਲ ਇੱਕ ਹੋ ਜਾਣਾ, ਇੱਕ ਦੂਜੇ ਨਾਲ ਰਚ ਗਏ, ਰਸ ਬਣ ਕੇ ਬਹਿਣ ਲੱਗ ਗਏ। ਕੌਣ? ਕੋਈ ਵੀ ਨਹੀਂ। ਜ਼ੁਬਾਨ ਤੋਂ ਸਭ ਕਹਿੰਦੇ ਨੇ ਸਾਨੂੰ ਬਹੁਤ ਪਿਆਰਾ, ਪਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਉਹ ਦੇਖਿਆ ਪਿਆਰ ਦਾ, ਜੋ ਪਿਆਰ ਦੀ ਮਹਿਕ ਹੁੰਦੀ ਆ, ਪਿਆਰ ਦਾ ਅਹਿਸਾਸ ਹੁੰਦਾ, ਪਿਆਰ ਦਾ ਗੁਣ ਰੂਪ ਹੁੰਦਾ, ਪਿਆਰ ਦਾ ਗਿਆਨ ਰੂਪ ਹੁੰਦਾ। ਕਿਸੇ ਦੀ ਜ਼ਿੰਦਗੀ ਦੇ ਵਿੱਚ ਉਹ ਬੀਜ, ਉਹ ਮਹਿਕ ਮੈਨੂੰ ਕਿਤੇ ਵੀ ਦਿਖਾਈ ਨਹੀਂ ਦਿੰਦੀ। ਅਗਰ ਪਿਆਰ ਆ, ਸੁੱਖ ਤੇ ਉਹ ਖੁਸ਼ੀ ਕਿੱਥੇ ਗਈ? ਦੁੱਖ ਕਿਉਂ ਆਇਆ? ਚਿਹਰੇ ਦੇ ਉੱਤੇ ਕਾਲਾਪਨ ਕਿਉਂ ਆ? ਮੱਥੇ ਦੇ ਉੱਤੇ ਤਿਉੜੀ ਕਿਉਂ ਆ? ਤਣਾਅ ਕਿਉਂ ਨੇ? ਫਿਕਰ ਕਿਉਂ ਨੇ? ਦਰਦ ਕਿਉਂ ਹੰਢਾਉਂਦੇ ਆ? ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਹੀ ਇਨਸਾਨ ਅਜਿਹਾ ਹੋਵੇ ਜਿਸ ਦੇ ਰਿਸ਼ਤੇ ਦੇ ਵਿੱਚ ਅਸੀਂ ਰਚ ਜਾਈਏ, ਮੈਨੂੰ ਨਹੀਂ ਲੱਗਦਾ ਉਹ ਇਨਸਾਨ ਜ਼ਿੰਦਗੀ ਦੇ ਵਿੱਚ ਦੁਖੀ ਹੋ ਸਕਦਾ। ਹੋ ਹੀ ਨਹੀਂ ਸਕਦਾ। ਇਸ ਦਾ ਮਤਲਬ ਅਸੀਂ ਤਮਾਮ ਜਿਸ ਚੀਜ਼ ਨੂੰ ਸੋਚਦੇ ਹਾਂ ਕਿ ਇਹ ਪਿਆਰ ਆ, ਉਹ ਪਿਆਰ ਨਹੀਂ, ਉਹ ਸ਼ੋਸ਼ਣ ਆ। ਅਸੀਂ ਜ਼ਿੰਦਗੀ ਨੂੰ ਕੱਟ ਰਹੇ ਹਾਂ, ਅਸੀਂ ਟਾਈਮ ਨੂੰ ਪਾਸ ਕਰ ਰਹੇ ਹਾਂ, ਪਰ ਸਾਨੂੰ ਜੀਣ ਦਾ ਚੱਜ ਅਜੇ ਤੱਕ ਆਇਆ ਨਹੀਂ। ਅਜਿਹੇ ਲੋਕ ਭਾਵੇਂ ਘਰ ਦੇ ਨੇ, ਭਾਵੇਂ ਬਾਹਰਲੇ ਨੇ, ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਅਤੇ ਅੱਜ ਜਦੋਂ ਮੈਂ ਕਿ ਦੇਖਿਆ ਕਿ ਇਹ ਤਾਂ ਬਹੁਤ ਮੁਸ਼ਕਿਲ ਆ ਮੇਰੇ ਲਈ, ਮੈਨੂੰ ਇਹਨਾਂ ਤੋਂ ਇੱਕ ਗੱਲ ਦੀ ਸਮਝ ਆ ਗਈ ਕਿ ਇੰਨੇ ਮਤਲਬੀ ਰਿਸ਼ਤੇ ਮੈਂ ਨਹੀਂ ਦੇਖੇ ਕਿਤੇ ਵੀ, ਜੋ ਆਪਣੇ ਹੀ ਰਿਸ਼ਤਿਆਂ ਦਾ ਸ਼ੋਸ਼ਣ ਕਰਦੇ ਨੇ। ਅਤੇ ਮੈਨੂੰ ਸਦਾ ਲੱਗਦਾ ਸੀ ਕਿ ਮੈਂ ਕਿਸੇ ਭਰਮ ਦੇ ਵਿੱਚ ਹਾਂ, ਪਰ ਜਦ ਅੱਜ ਸਮਝ ਆ ਗਈ ਤਾਂ ਨਾਲ ਹੀ ਮੈਨੂੰ ਇਹ ਵੀ ਸਮਝ ਆ ਗਈ ਜੋ ਜੀਸਸ ਨੇ ਕਿਹਾ ਸੀ, ਅੰਧਾ ਅੰਧੇ ਨੂੰ ਘੜੀਸੀ ਜਾਂਦਾ ਵਾ। ਅਤੇ ਮੈਨੂੰ ਗੱਲ ਚੇਤੇ ਆ ਗਈ ਬਾਬਾ ਨਾਨਕ ਦੀ, ਜਦੋਂ ਉਸਨੇ ਕਿਹਾ ਕੂੜ ਫਿਰੇ ਕੂੜਦਾਨ ਵੇਲਾ ਲਓ। ਕੋਈ ਆਪਣਾ ਕਸੂਰ ਨਹੀਂ ਮੰਨਦਾ, ਉਹ ਸਭ ਦੂਸਰੇ ਨੂੰ ਦੋਸ਼ੀ ਮੰਨਦੇ ਆ। ਅੱਖਾਂ ਬੰਦ ਕਰਕੇ ਵੀ ਅੱਜ ਜੇ ਮੈਂ ਸੋਚੂੰਗੀ ਕਿ ਇਹ ਜਿਸ ਜ਼ੁਬਾਨ ਤੋਂ ਪਿਆਰ ਕਹਿੰਦੇ ਨੇ ਸਾਨੂੰ ਆਉਂਦਾ, ਜਾਂ ਜਿਸ ਜ਼ੁਬਾਨ ਤੋਂ ਕਹਿੰਦੇ ਨੇ ਲਵ ਯੂ, ਫਿਰ ਉਹ ਜ਼ੁਬਾਨ ਉਸੇ ਇਨਸਾਨ ਦੇ ਲਈ ਗਾਲੀ ਕਿਵੇਂ ਨਿਕਾਲ ਦਿੰਦੀ ਹੈ। ਮੈਨੂੰ ਕਦੇ ਕਦੇ ਲੱਗਦਾ ਮੈਨੂੰ ਨਹੀਂ ਸਮਝ ਆਉਂਦੀ ਰਿਸ਼ਤਿਆਂ ਦੀ,
ਮੈਨੂੰ ਕਿਸੇ ਵਿਦਵਾਨ ਦੀ ਕਹੀ ਹੋਈ ਗੱਲ ਦੀ ਤਾਂ ਸਮਝ ਆ ਜੂਗੀ ਕਿ ਪਰਮਾਤਮਾ ਕੀ ਆ, ਕਿਸ ਤਰ੍ਹਾਂ ਉਸਨੇ ਮੈਥ ਨੂੰ ਲਿਖਿਆ, ਕਿਸ ਤਰ੍ਹਾਂ ਉਸਨੇ ਟਾਈਮ ਐਂਡ ਸਪੀਡ ਦੀ ਗੱਲ ਕੀਤੀ ਆ, ਕਿਸ ਤਰ੍ਹਾਂ ਕਿਸੇ ਨੇ ਕਿਹੜੀ ਥਿਊਰੀ ਦੀ ਗੱਲ ਕੀਤੀ ਆ, ਮੈਨੂੰ ਉਹ ਸਮਝ ਲੱਗ ਜੂਗੀ। ਪਰ ਮੈਂ ਸੋਚੂੰਗੀ ਕਿ ਜੋ ਰਿਸ਼ਤਿਆਂ ਦੇ ਵਿਚਕਾਰ ਨੀਤੀ ਚੱਲਦੀ ਆ, ਸ਼ੋਸ਼ਣ ਚੱਲਦਾ ਵਾ, ਮੈਨੂੰ ਉਹਦੀ ਸਮਝ ਆ ਜੂਗੀ। ਮੈਨੂੰ ਨਹੀਂ ਲੱਗਦਾ ਮੈਨੂੰ ਕਦੇ ਆਊਗੀ। ਮੈਂ ਦੇਖਦੀ ਹਾਂ ਚਾਰੇ ਪਾਸੇ ਮੇਰੇ ਅੱਖਾਂ ਵਾਲੇ ਆ, ਸ਼ਾਇਦ ਮੈਂ ਹੀ ਇਹਨਾਂ ਦੇ ਵਿੱਚ ਕੰਦੀ ਹੋਵਾਂ ਜਿਹੜੀ ਇਹਨਾਂ ਨੂੰ ਸਮਝ ਨਹੀਂ ਪਾ ਰਹੀ ਹੈਗੀ। ਮੈਨੂੰ ਨਹੀਂ ਸਮਝ ਲੱਗਦੀ। ਨਾ ਤਾਂ ਮੈਂ ਦੇਖਦੇ ਨੂੰ ਅਣਦੇਖਾ ਕਰ ਸਕਦੀ ਹਾਂ, ਕਿਉਂਕਿ ਮੈਨੂੰ ਸਾਰਾ ਪਰਮਾਤਮਾ ਦਾ ਪਰਿਵਾਰ ਲੱਗਦਾ। ਇਹ ਸਾਰੇ ਮੇਰੇ ਆਪਣੇ ਨੇ। ਜਦ ਕੋਈ ਗਲਤ ਕਰਦਾ ਵਾ ਜਾਂ ਗਲਤ ਕੋਈ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਕਮੀਨਗੀ ਹਾਲਤ ਕਰਦਾ ਵਾ ਦੂਸਰੇ ਦੀ, ਮੈਂ ਇਸ ਤਰ੍ਹਾਂ ਕਹਿ ਦੇਵਾਂ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰ ਦੇਵਾਂ, ਫਿਰ ਤਾਂ ਮੈਂ ਆਪਣੇ ਹੀ ਰਿਸ਼ਤੇ ਦੇ ਪ੍ਰਤੀ ਇਮਾਨਦਾਰ ਨਹੀਂ ਗੀ। ਫਿਰ ਮੈਂ ਕਿਸ ਤਰ੍ਹਾਂ ਕਰੂੰਗੀ? ਸੋ ਮੈਂ ਫੇਲ। ਦੂਸਰੇ ਸਵਾਲ ਦੇ ਵਿੱਚ ਫੇਲ। ਪਹਿਲੇ ਸਵਾਲ ਦੇ ਵਿੱਚ ਜਵਾਬ ਦੇ ਦਿੱਤਾ ਕਿਉਂਕਿ ਮੇਰੇ ਤੋਂ ਸ਼ਰਾਬੀ ਦੇ ਨਾਲ ਗੱਲ ਹੀ ਨਹੀਂ ਹੁੰਦੀ, ਸੋ ਉੱਥੇ ਵੀ ਫੇਲ। ਹੁਣ ਦੂਸਰੇ ਰਿਸ਼ਤਿਆਂ ਦੇ ਵਿੱਚ ਕਿਉਂਕਿ ਮੈਨੂੰ ਸਮਝ ਹੀ ਨਹੀਂ ਲੱਗਦੀ ਇਸ ਚੀਜ਼ ਦੀ ਕਿ ਕਿਵੇਂ ਕੋਈ ਕਹਿ ਕੇ ਮੈਨੂੰ ਤੇਰਾ ਪਿਆਰ ਹੁੰਦਾ ਉਸ ਦਾ ਹੀ ਗਲਾ ਕੱਟ ਦਿੰਦਾ। ਸੋ ਦੂਸਰੇ 'ਚ ਵੀ ਫੇਲ। ਹੁਣ ਆ ਗਈ ਤੀਸਰੇ ਸਵਾਲ ਦੀ ਵਾਰੀ ਕਿ ਮੈਂ ਮਲੇਸ਼ੀਆ ਤੋਂ ਅਮਰੀਕਾ ਨੂੰ ਆ ਰਹੀ ਸੀ। ਜਦੋਂ ਏਅਰਪੋਰਟ 'ਤੇ ਆਏ ਗਰਮੀ ਬਹੁਤ ਜ਼ਿਆਦਾ ਸੀਗੀ, ਬਹੁਤ ਜ਼ਿਆਦਾ ਗਰਮੀ ਸੀਗੀ। ਮੈਂ ਆਪਣੀਆਂ ਪੂਰੀਆਂ ਬਾਹਾਂ ਵਾਲੀ ਕਮੀਜ਼ ਅਤੇ ਪੈਂਟਸ ਪਾਈ ਹੋਈ ਸੀਗੀ। ਉਹਨਾਂ ਬਾਥਰੂਮ ਗਈ ਅਤੇ ਉਹਨਾਂ ਨੂੰ ਉਤਾਰ ਕੇ ਅਤੇ ਮੈਂ ਆਪਣੀ ਲੰਬੀ ਡਰੈਸ ਪਾ ਲਈ ਜਿਹੜੀ ਕਿ ਮੇਰੇ ਗੋਡਿਆਂ ਤੋਂ ਨੀਚੇ ਸੀਗੀ। ਮੈਂ ਦੇਖਿਆ ਉੱਥੇ ਹੀ 2 ਲੜਕੀਆਂ ਆਈਆਂ ਜਿਨ੍ਹਾਂ ਨੇ ਬੁਰਕਾ ਪਾਇਆ ਹੋਇਆ ਸੀ। ਮੇਰੇ 'ਚ ਉਹਨਾਂ ਨੂੰ ਦੇਖ ਕੇ ਸਭ ਤੋਂ ਪਹਿਲਾਂ ਇਹੀ ਸਵਾਲ, ਇੰਨੀ ਗਰਮੀ ਮੈਂ ਜਾ ਕੇ ਭੱਜ ਕੇ ਆਪਣੀ ਡਰੈਸ ਚੇਂਜ ਕਰਕੇ ਆਈ ਹਾਂ ਅਤੇ ਇਹਨਾਂ ਨੇ ਉੱਤੇ ਦੀ ਬੁਰਕਾ ਪਾਇਆ ਹੋਇਆ ਵਾ, ਇਹਨਾਂ ਨੂੰ ਕਿੰਨੀ ਗਰਮੀ ਲੱਗਦੀ ਹੋਊਗੀ। ਹੁਣ ਮੇਰੇ 'ਚ ਇਹ ਸਵਾਲ ਆ ਗਿਆ। ਹੁਣ ਮੈਂ ਇਸ ਸਵਾਲ ਨੂੰ ਹੱਲ ਕਰਨਾ। ਹੁਣ ਮੈਨੂੰ ਚਾਹੀਦਾ ਵਾ ਕਿ ਉਹ ਮੇਰੇ ਨਾਲ ਗੁਫ਼ਤਗੂ ਕਰਨ, ਉਹ ਮੈਨੂੰ ਦੱਸਣ ਕਿ ਉਹਨਾਂ ਨੇ ਬੁਰਕੇ ਦੇ ਵਿੱਚ ਦੀ ਉਹਨਾਂ ਨੂੰ ਇਹ ਗਰਮੀ ਕਿੰਝ ਲੱਗਦੀ ਆ, ਉਹਨਾਂ ਨੇ ਇੰਨੀ ਗਰਮੀ 'ਚ ਬੁਰਕਾ ਕਿਉਂ ਪਾਇਆ ਹੈ। ਹਾਲਾਂਕਿ ਉਹਨਾਂ ਦੇ ਜੋ ਮੀਆਂ ਸੀ ਉਹਨਾਂ ਨੇ ਸਾਰਿਆਂ ਨੇ ਹੀ ਗੋਡਿਆਂ ਤੱਕ ਕੱਛੇ ਪਾਏ ਹੋਏ ਸੀ, ਨਿੱਕਰਾਂ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਉਹ ਪਾਈਆਂ ਹੋਈਆਂ ਸੀ, ਸੋਰਸ ਪਾਏ ਹੋਏ ਸੀ ਅਤੇ ਕੁੜੀਆਂ ਦੇ ਔਰਤਾਂ ਦੇ ਬੁਰਕੇ ਪਾਏ ਹੋਏ ਸੀ। ਮੈਂ ਮੌਕਾ ਲੱਭ ਰਹੀ ਹਾਂ ਕਿ ਇਹ ਕਦੋਂ ਮੇਰੇ ਨਜ਼ਦੀਕ ਆਉਣ ਜਾਂ ਮੈਂ ਇਹਨਾਂ ਦੇ ਨਜ਼ਦੀਕ ਜਾਵਾਂ ਜਾਂ ਸਾਨੂੰ ਮੌਕਾ ਮਿਲੇ ਕਿ ਅਸੀਂ ਆਪਸ ਵਿੱਚ ਗੱਲ ਕਰੀਏ। ਅਸੀਂ ਏਅਰਪੋਰਟ ਦੇ ਵਿੱਚ ਸਾਰੇ ਕੰਮ ਨਿਪਟਾ ਕੇ ਫੂਡ ਕੋਰਟ ਦੇ ਵਿੱਚ ਚਲੇ ਗਏ, ਖਾਣ ਦੇ ਲਈ ਬੈਠ ਗਏ। ਇਤਫਾਕ ਨਾਲ ਕਹੋ ਜਾਂ ਪਰਮਾਤਮਾ ਦੀ ਨਜ਼ਰ ਕਹੋ ਜਾਂ ਕੁਝ ਵੀ ਕਹੋ, ਅਸੀਂ ਨਾਲ ਦੀ ਸੀਟ ਦੇ ਉੱਤੇ ਬੈਠ ਗਏ। ਮੈਂ ਹਜੇ ਸੋਚਦੀ ਹਾਂ ਕਿ ਉਹ ਖਾ ਲੈਣ, ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਗੱਲ ਕਰਦੀ ਹਾਂ। ਮੈਂ ਹਜੇ ਸੋਚ ਰਹੀ ਹਾਂ, ਉਹਨਾਂ ਦੋਹਾਂ ਨੇ ਆਪਣੇ ਚਿਹਰੇ ਦੇ ਉੱਤੋਂ ਬੁਰਕਾ ਲਾਇਆ। ਕੁੜੀਆਂ 16, 17 ਸਾਲ ਦੀਆਂ ਦੋਨੇ, ਅਤੇ ਮੈਨੂੰ ਆ ਕੇ ਕਹਿੰਦੀ ਅਸੀਂ ਤੈਨੂੰ ਇੱਕ ਸਵਾਲ ਪੁੱਛਣਾ। ਮੈਂ ਕਿਹਾ ਪੁੱਛੋ। ਕਹਿੰਦੇ ਤੈਨੂੰ ਐਵੇਂ ਨਹੀਂ ਲੱਗਦੀ ਕਿ ਤੂੰ ਡਰੈਸ ਪਾਈ ਹੋਈ ਆ, ਲੱਤਾਂ ਦਿਖਾਉਂਦੀ ਆ, ਤੂੰ ਸੰਸਾਰ ਨੂੰ ਗੰਦਾ ਕਰਦੀ ਆ। ਜੋ ਮੈਂ ਉਹਨਾਂ ਨੂੰ ਪੁੱਛਣਾ ਵਾ ਉਹ ਮੈਨੂੰ ਪੁੱਛ ਰਹੀਆਂ ਨੇ ਅਤੇ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਿਆ, ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਇੰਝ ਦਿਖਾਈ ਦਿੱਤਾ ਇੰਨੀ ਨਫ਼ਰਤ, ਜਿਸ ਤਰ੍ਹਾਂ ਕਿ ਮੇਰੀ ਡਰੈਸ ਪਾਈ ਹੋਈ ਸਾਰੇ ਸੰਸਾਰ ਨੂੰ ਗੰਦਾ ਕਰ ਰਹੀ ਹੋਵੇ। ਉਹਨਾਂ ਦੀਆਂ ਅੱਖਾਂ ਦੇ ਵਿੱਚ ਇੰਨੀ ਨਫ਼ਰਤ ਸੀ। ਉਹਨਾਂ ਦੇ ਕਹਿਣ ਦਾ ਢੰਗ, ਉਹਨਾਂ ਦੇ ਦੇਖਣ ਦਾ ਢੰਗ ਕਿ ਉਹ ਕਿੰਝ ਆਪਣੇ ਆਪ ਨੂੰ ਨਰਕ ਦੀ, ਦੋਜ਼ਖ ਦੀ ਅੱਗ ਤੋਂ ਬਚਾ ਰਹੀਆਂ ਨੇ ਅਤੇ ਮੈਂ ਕਿਸ ਤਰ੍ਹਾਂ ਦੋਜ਼ਖ ਦੀ ਅੱਗ ਜਾ ਕੇ ਉਹਦੇ ਵਿੱਚ ਕਿਵੇਂ ਤੜਫੂੰਗੀ। ਉਹ ਕਿੰਝ ਆਪਣੇ ਆਪ ਨੂੰ ਪਵਿੱਤਰ ਬਣਾ ਰਹੀਆਂ ਨੇ ਧਰਮ ਦੇ ਵਿੱਚ ਵੀ, ਅਤੇ ਮੈਂ ਕਿੰਝ ਸੰਸਾਰ ਨੂੰ ਗੰਦਾ ਕਰ ਰਹੀ ਹਾਂ। ਉਹਨਾਂ ਨੇ ਆਪਣੇ ਆਪ ਦੀ ਬਾਤਚੀਤ 'ਚ ਹੀ ਕਹਿ ਦਿੱਤਾ ਕਿ ਅਗਰ ਦੁਨੀਆ ਦੇ ਉੱਤੇ ਕੋਈ ਨਰਕ ਆ ਤਾਂ ਉਹ ਸਿਰਫ ਅਮਰੀਕਾ ਵਾ। ਉਹਨਾਂ ਦੇ ਲਈ
ਅਮਰੀਕਾ ਨਰਕ। ਜੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਸੀ, ਉਹਨਾਂ ਨੇ ਮੈਨੂੰ ਹੀ ਸਵਾਲ ਪੁੱਛ ਕੇ, ਮੇਰੀ ਹੀ ਡਰੈਸ ਨੂੰ ਦੇਖ ਕੇ ਮੈਨੂੰ ਸਾਰੇ ਹੀ ਜਵਾਬ ਦੇ ਦਿੱਤੇ। ਸੋ ਮੈਂ ਦੇਖਿਆ ਕਿ ਇਹ ਵੀ ਜਿੱਤ ਗਈਆਂ। ਮੈਂ ਜਿਨ੍ਹਾਂ ਨੂੰ ਤਰਸ ਦੀ ਨਿਗਾਹ ਨਾਲ ਦੇਖਦੀ ਸੀ ਗਰਮੀ ਦੇ ਕਾਰਨ, ਉਹੀ ਮੈਨੂੰ ਤਰਸ ਦੀ ਨਿਗਾਹ ਨਾਲ ਦੇਖਦੇ ਸੀ ਕਿ ਮੈਂ ਮਰਨ ਤੋਂ ਬਾਅਦ ਨਰਕ ਨੂੰ ਕਿਵੇਂ ਹੰਢਾਊਂਗੀ। ਮੇਰੇ ਤੇ ਉਹਨਾਂ ਨੂੰ ਤਰਸ ਆ ਰਿਹਾ ਸੀ ਕਿ ਮੈਂ ਆਪਣੇ ਮਰਨ ਤੋਂ ਬਾਅਦ ਦਾ ਜੋ ਜੀਵਨ ਆ, ਉੱਥੇ ਮੈਨੂੰ ਕਿੰਨੇ ਤਸੀਹੇ ਮਿਲਣਗੇ, ਮੈਨੂੰ ਕਿੰਨੇ ਦੁੱਖ ਮਿਲਣਗੇ, ਤੇ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਸਹੂੰਗੀ। ਮੈਨੂੰ ਕਹਿੰਦੇ ਸੀ ਕਿ ਤੂੰ ਸੁਧਰ ਜਾ। ਅਮੇਜ਼ਿੰਗ। ਕੀ ਕਹਾਂ, ਉਹ ਆਪਣੀ ਸੋਚ ਦੇ ਵਿੱਚ ਇੰਨੀਆਂ ਪੱਕੀਆਂ ਸੀ, ਉਹਨਾਂ ਦੀ ਦੇਖਣੀ ਦੇ ਵਿੱਚ ਇੰਨੀ ਤਾਕਤ ਸੀ, ਉਹਨਾਂ ਦੇ ਬੋਲ ਦੇ ਵਿੱਚ ਇੰਨੀ ਸ਼ਕਤੀ ਸੀ ਕਿ ਭੀਤਰ ਹੀ ਭੀਤਰ ਮੈਂ ਆਪਣੇ ਸਰ ਨੂੰ ਰੱਬ ਦੇ ਅੱਗੇ ਟੇਕਿਆ। ਅਮੇਜ਼ਿੰਗ ਕਿ ਜਿਸ ਸੋਚ ਦੇ ਨਾਲ ਵੀ ਉਹ ਵਿਅਕਤੀ ਨੂੰ ਸੋਚਦਾ ਵਾ, ਜਿਸ ਨਜ਼ਰ ਦੇ ਨਾਲ ਵੀ ਇਨਸਾਨ ਸੰਸਾਰ ਨੂੰ ਦੇਖਦਾ, ਜੇ ਉਸ ਨਜ਼ਰ ਦੇ ਵਿੱਚ ਤਾਕਤ ਆ ਤੇ ਉਸ ਨਜ਼ਰ ਦੇ ਵਿੱਚ ਸ਼ਕਤੀ ਆ, ਤੇ ਉਹ ਕਿੰਨੀ ਪ੍ਰਭਾਵਸ਼ਾਲੀ ਆ ਤੇ ਕਿੰਨੀ ਸ਼ਕਤੀਸ਼ਾਲੀ ਆ। ਹਰ ਵਿਅਕਤੀ ਦੀ ਸੋਚ ਆ ਜਿਹੜੀ, ਉਸ ਦੇ ਵਿੱਚ ਕਿੰਨੀ ਦ੍ਰਿੜਤਾ ਤੇ ਕਿੰਨੀ ਨਿਡਰਤਾ ਵਾ, ਤਾਂ ਹੀ ਤਾਂ ਉਹ ਇਸ ਤਰ੍ਹਾਂ ਜੀ ਰਿਹਾ ਵਾ ਨਾ। ਉਹਨਾਂ ਦਾ ਬੁਰਕਾ ਪਹਿਨਣਾ ਮੈਨੂੰ ਓਨਾ ਹੀ ਸਹੀ ਲੱਗਿਆ ਜਿੰਨਾ ਕਿ ਮੈਨੂੰ ਗਰਮੀ ਦੇ ਵਿੱਚ ਮੇਰੀ ਡਰੈਸ ਪਹਿਨਣੀ ਸੋਹਣੀ ਲੱਗੀ, ਸਹੀ ਲੱਗੀ। ਉਹਨਾਂ ਦੀ ਸੋਚ ਆ ਉਹ ਸਹੀ ਆ, ਮੇਰੀ ਸੋਚ ਆ ਮੈਂ ਸਹੀ ਆ। ਪਰ ਮੇਰੇ ਲਈ ਇੱਥੇ ਇੱਕ ਸਵਾਲ ਆ ਗਿਆ। ਉਹਨਾਂ ਨੇ ਕਿਹਾ ਕਿ ਅਮਰੀਕਾ ਦੁਨੀਆ ਦੇ ਵਿੱਚ ਨਰਕ। ਅੱਜ ਮੈਂ ਚੁਰਾਹੇ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਾਂ ਤੇ ਖੜਾ ਕਰ ਦੇਵਾਂ, ਕਹਿ ਲਈਏ ਕਿ ਸਾਰੇ ਮੁਲਕ ਖੁੱਲ੍ਹੇ ਨੇ। ਜਿਹੜੇ ਮੁਲਕ ਦੇ ਵਿੱਚ ਕਿਸੇ ਵੀ ਮੁਲਕ ਦੇ ਵਾਸੀ ਨੇ ਬਸਣਾ ਵਾ ਤੇ ਬਸ ਜਾਓ। ਮੈਨੂੰ ਆਸ ਹੀ ਨਹੀਂ, ਪੂਰਾ ਭਰੋਸਾ ਵਾ 75% ਲੋਕ ਅਮਰੀਕਾ ਨੂੰ ਹੀ ਆਉਣਗੇ। ਬਸ ਇੱਥੇ ਫਰਕ ਸਿਰਫ ਇੱਕ ਰਹਿ ਗਿਆ। ਮੈਨੂੰ ਤਾਂ ਉਹਨਾਂ ਦਾ ਬੁਰਕਾ ਵੀ ਸਹੀ ਲੱਗਿਆ, ਪਰ ਉਹਨਾਂ ਦੀਆਂ ਅੱਖਾਂ ਅੱਜ ਵੀ ਜਦੋਂ ਯਾਦ ਕਰਦੀਆਂ, ਉਹਨਾਂ ਨੂੰ ਮੇਰੀ ਡਰੈਸ ਸਹੀ ਨਹੀਂ ਲੱਗੀ। ਉਹਨਾਂ ਨੂੰ ਐਵੇਂ ਲੱਗਿਆ ਕਿ ਮੈਂ ਗਲਤ ਥਾਂ ਦੀ ਵਸਨੀਕ ਹਾਂ, ਜੋ ਕਿ ਨਰਕ ਆ। ਨਰਕ ਦੇ ਵਿੱਚ ਅਜਿਹੇ ਹੀ ਮੇਰੇ ਵਰਗੇ ਹੀ ਨਰਕੀਆ ਲੋਕ ਰਹਿੰਦੇ ਨੇ।